कहाँ बुद्ध प्रभ तुष हमारी, बरन सकै महिमा जे तिहारी। हम ना सकत कर सिफत तुम्हारी, आप लेहो तुम कथा सुधारी। हम ना सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जी। महला पहला। वदी सुवज्जग नानका, सच्चा वेखै सोए। सबनी छाड़ा मारिया, करता करे सो होए। आगे जात ना जोर है, अगे जियो नवे। जिनकी लिखै पत पवै, चंगे सेई के। जिनकी लिखै पत पवै, चंगे सेई के। वाहिगुरु जी का खालसा, वाहिगुरु जी की फतेह। गुरु प्यारी गुरु सवारी साध संगत, अपार दया दृष्टि सतगुरां ने कीती है। अमृत वेले दी बख्शिश होई। आप जी सत संगत विच बैठ करके सतगुरां दा उपदेश श्रवण कर रहे हो। आप जी ने कीर्तन श्रवण किया है। समा है श्री आसा जी की वार दी कथा विचार दा। सतगुरां दी दया सदका आपां इस आसा की वार दी 11वीं पौड़ी अते इस दे नाल जो श्लोक हैं उन्हां दी विचार कल दी आरंभ कीती है। सतगुरां दी मेहर सदका 2 श्लोकां दी कल आपां व्याख्या कीती। हुणे आप जी ने इस पौड़ी दे नाल जो तीसरा श्लोक है वो सरवण किया है। सतगुरां ने बख्शिश की है। राय बुलार जी ने पूछा है कि महाराज सच्चे पातशाह कलयुग के की लक्षण हैं। तो सिद्धा ने भी पूछा महाराज कलयुग के की लक्षण हैं। तो सतगुरु कलयुग के लक्षण सिद्धा नूं अते राय बुलार जी नूं संबोधन करके दस रहे हैं। जिथे उन्होंने ये सतगुरु उपदेश कर रहे हैं उत्थे साडे लई भी एक उपदेश है। तो कल सतगुरां ने बख्शिश की सी। महाराज ने कहा भाई हर पासे कूड़ वरत गया है,
ਤੇ ਸੱਚ ਦਾ ਕਾਲ ਪੈ ਚੁੱਕਾ ਹੈ। ਤੇ ਬਚਣਗੇ ਉਹ ਜਿਹੜੇ ਭਗਤੀ ਕਰਨਗੇ ਇੱਕ ਮਨ ਦੇ ਨਾਲ ਤੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕਣਗੇ। ਦੋ ਉਦਾਹਰਨਾਂ ਵੀ ਮਹਾਰਾਜ ਨੇ ਦਿੱਤੀਆਂ ਸਨ। ਬੀਜ ਦੀ ਉਦਾਹਰਨ ਦਿੱਤੀ ਸੀ ਤੇ ਲਲਾਰੀ ਦੇ ਕੱਪੜੇ ਰੰਗਣ ਦੀ ਉਦਾਹਰਨ ਦੇ ਕੇ ਮਹਾਰਾਜ ਨੇ ਕਿਹਾ ਸੀ ਭਾਈ ਬਚਣਗੇ ਉਹ, ਉਹਨਾਂ ਨੂੰ ਕੂੜ ਕੁਛ ਨਹੀਂ ਕਵੇਗਾ ਜਿਹੜੇ ਭਗਤੀ ਕਰਨਗੇ ਇੱਕ ਮਨ ਦੇ ਨਾਲ ਤੇ ਵਿਕਾਰਾਂ ਵੱਲੋਂ ਜਿਹੜੇ ਆਪਣੇ ਆਪ ਨੂੰ ਘੋੜਨਗੇ ਰੋਕਣਗੇ, ਉਹਨਾਂ ਨੂੰ ਕੂੜ ਕੁਝ ਨਹੀਂ ਕਵੇਗਾ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਦੂਸਰੇ ਸ਼ਲੋਕ ਦੇ ਅੰਦਰ ਮਹਾਰਾਜ ਨੇ ਕਿਹਾ ਸੀ ਕਿ ਭਾਈ ਲੱਭ ਪਾਪ ਇਹ ਰਾਜਾ ਤੇ ਵਜ਼ੀਰ ਬਣ ਗਏ ਤੇ ਜਿਹੜਾ ਝੂਠ ਹੈ ਉਹ ਚੌਧਰੀ ਬਣ ਗਿਆ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਕਾਮ ਜਿਹੜਾ ਹੈ ਉਹਨੂੰ ਚੋਬਦਾਰ ਨੂੰ ਸੱਦ ਕੇ ਪੁੱਛਿਆ ਜਾਂਦਾ ਹੈ ਤੇ ਰਲ ਕੇ ਮਤਾ ਪਕਾਉਂਦੇ ਆ ਤੇ ਮਨੁੱਖ ਦੇ ਅੰਦਰੋਂ ਜਿਹੜੇ ਗੁਣ ਹਨ ਉਹ ਲੁੱਟ ਲੈਂਦੇ ਆ ਤੇ ਮਨੁੱਖ ਦੇ ਸਰੀਰ ਦੇ ਵਿੱਚ ਆਪਣਾ ਫੈਲਾਅ ਕਰ ਲੈਂਦੇ ਆ, ਵਿਕਾਰ ਜਿਹੜੇ ਉਹ ਭਰ ਜਾਂਦੇ। ਫਿਰ ਸਤਿਗੁਰਾਂ ਨੇ ਜੋ ਅੱਜ ਦੇ ਵਿਸ਼ੇ ਨਾਲ ਗੱਲ ਜੁੜੇਗੀ, ਫਿਰ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਸਨ ਕਿ ਇਸ ਕਲਯੁਗ ਦੇ ਵਿੱਚ ਗਿਆਨੀ ਲੋਕ ਵੀ ਨੱਚ ਰਹੇ ਆ ਤੇ ਵੱਡੀਆਂ ਵੱਡੀਆਂ ਕਹਾਣੀਆਂ ਸੁਣਾਉਂਦੇ ਆ, ਪਰ ਅਧਿਆਤਮਿਕਤਾ ਦੀ ਕੋਈ ਸੋਝੀ ਨਹੀਂ ਹੈ। ਫਿਰ ਪੰਡਤਾਂ ਦੀ ਗੱਲ ਕੀਤੀ ਮਹਾਰਾਜ ਨੇ, ਜੋ ਵਿਦਵਾਨ ਲੋਕ ਸਨ। ਮਹਾਰਾਜ ਕਹਿੰਦੇ ਉਹ ਵੀ ਮੂਰਖ ਆ, ਕਿਉਂਕਿ ਉਹ ਚਲਾਕੀਆਂ ਦੇ ਨਾਲ ਮਾਇਆ ਇਕੱਠੀ ਕਰਦੇ ਆ। ਸੰਜੈ ਕਰੇ ਪਿਆਰ। ਫਿਰ ਮਹਾਰਾਜ ਨੇ ਕਿਹਾ ਕਿ ਧਰਮ ਗਵਾ ਕੇ ਤੇ ਮੁਕਤੀ ਦਾ ਦੁਆਰਾ ਮਨੁੱਖ ਲੱਭਦਾ ਫਿਰਦਾ ਹੈ। ਧਰਮ ਨੂੰ ਗਵਾ ਕੇ, ਅਸਲੀ ਧਰਮ ਨੂੰ, ਕਰਮ ਕਾਂਡਾਂ ਦੇ ਵਿੱਚ ਫਸ ਕੇ ਧਰਮ ਨੂੰ ਗਵਾ ਕੇ ਤੇ ਮਨੁੱਖ ਕਹਿੰਦਾ ਹੈ ਮੈਨੂੰ ਮੁਕਤੀ ਪ੍ਰਾਪਤ ਹੋ ਜੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਬਣਨੀ। ਤੇ ਕਈ ਫਿਰ ਜਤੀ ਬਣ ਜਾਂਦੇ ਆ, ਘਰ-ਬਾਰ ਛੱਡ ਦਿੰਦੇ ਆ। ਮਹਾਰਾਜ ਕਹਿੰਦੇ ਜੁਗਤੀ ਨਹੀਂ ਜਤੀ ਹੋਣ ਦੀ, ਪਰ ਜਤੀ ਬਣ ਕੇ ਤੇ ਸਾਰਾ ਕੁਝ ਛੱਡ ਕੇ ਬੈਠ ਜਾਂਦੇ ਆ ਤੇ ਜੁਗਤੀ ਇਹਨਾਂ ਕੋਲ ਕੋਈ ਵੀ ਨਹੀਂ। ਫਿਰ ਸਤਿਗੁਰਾਂ ਨੇ ਕਿਹਾ ਕਿ ਫਿਰ ਇੰਨਾ ਕੁਝ ਕਰਨ ਤੋਂ ਬਾਅਦ ਇਹ ਸਾਰੇ ਕਹਿੰਦੇ ਆ ਕਿ ਸਾਡੇ ਵਰਗਾ ਕੋਈ ਹੈ ਨਹੀਂ ਧਰਮੀ। ਜਿਹੜਾ ਕਾਰਜ ਅਸੀਂ ਕਰ ਰਹੇ ਹਾਂ ਨਾ, ਜਿਸ ਰਸਤੇ 'ਤੇ ਅਸੀਂ ਚੱਲ ਰਹੇ ਹਾਂ, ਇਹੋ ਜਿਹਾ ਰਸਤਾ ਹੀ ਕੋਈ ਨਹੀਂ। ਇਹ ਸਾਰੇ ਆਪਸ 'ਚ ਕਹਿੰਦੇ ਆ ਹਰ ਕੋਈ ਕਿ ਸਾਡੇ ਵਰਗਾ ਕੋਈ ਧਰਮੀ ਨਹੀਂ ਹੈਗਾ ਤੇ ਕੋਈ ਆਪਣੇ ਆਪ ਨੂੰ ਘੱਟ ਨਹੀਂ ਕਹਾਉਂਦਾ। ਫਿਰ ਸਤਿਗੁਰਾਂ ਨੇ ਕਿਹਾ ਕਿ ਭਾਈ ਅਸਲੀ ਗੱਲ ਤੇ ਉਦੋਂ ਪਤਾ ਲੱਗਣੀ ਜਦੋਂ ਤੇਰੇ ਕਰਮਾਂ ਨੂੰ ਤੋਲਿਆ ਗਿਆ। ਜਦੋਂ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਦੋਂ ਵੱਟਾ ਪਾ ਕੇ ਕਰਮਾਂ ਦਾ ਜਦੋਂ ਤੋਲ ਤਲਈਆ ਹੋਇਆ, ਉਦੋਂ ਪਤਾ ਲੱਗਣਾ ਕਿ ਤੂੰ ਕਿੰਨਾ ਕੁ ਚੰਗਾ ਸੀ ਤੇ ਕਿੰਨਾ ਕੁ ਮਾੜਾ ਸੀ। ਇਹ ਮਹਾਰਾਜ ਨੇ ਕੱਲ੍ਹ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਅੱਜ ਸਤਿਗੁਰਾਂ ਨੇ ਇਹਦੇ ਨਾਲ ਹੀ ਗੱਲ ਅੱਗੇ ਵਧਾਈ ਹੈ। ਦੋ ਤਰ੍ਹਾਂ ਦੀ ਮਹਾਰਾਜ ਨੇ ਵਿਚਾਰ ਦਿੱਤੀ। ਪਹਿਲੋਂ ਮਹਾਰਾਜ ਨੇ ਕਿਹਾ ਕਿ ਇਸ ਤਰ੍ਹਾਂ ਕਲਯੁਗ ਜਿਹੜਾ ਵਰਤ ਗਿਆ ਹੈ। ਹੁਣ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਕਲਯੁਗ 'ਤੇ ਵਰਤਿਆ ਹੈ ਤੇ ਇਸ ਕਲਯੁਗ ਨੂੰ ਵਰਤਾਉਣ ਵਾਲਾ ਵੀ ਪਰਮੇਸ਼ਰ ਵਾਹਿਗੁਰੂ ਆਪ ਹੈ, ਕਿਉਂਕਿ ਜੀਵਾਂ ਦੇ ਵੱਸ ਵਿੱਚ ਕੁਝ ਨਹੀਂ ਹੈ। ਉਹ ਜਿਵੇਂ ਜਿਵੇਂ ਪਰਮੇਸ਼ਰ ਕਰਦਾ ਹੈ ਉਵੇਂ ਉਵੇਂ ਹੀ ਉਹ ਜੀਵ ਸਾਰੇ ਉਹ ਕਰ ਰਹੇ ਆ। ਜਿਵੇਂ ਉਹ ਚਲਾਉਂਦਾ ਹੈ ਉਵੇਂ ਹੀ ਉਹ ਚੱਲ ਰਹੇ ਆ। ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਤਿਵੇਂ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ, ਉਵੇਂ ਉਵੇਂ ਦੇ ਉਹ ਕਰਮ ਕਰਦਾ ਹੈ ਜਿਵੇਂ ਦੇ ਪਰਮੇਸ਼ਰ ਨੂੰ ਭਾਉਂਦੇ ਹੁੰਦੇ ਆ। ਜਿਵੇਂ ਜਿਵੇਂ ਦਾ ਉਹ ਕਰਦਾ ਹੈ ਫਿਰ ਉਹਦੇ ਨਾਲ ਹੀ ਉਹਨੂੰ ਕਰਮਾਂ ਦਾ ਲੇਖਾ ਵੀ ਦੇਣਾ ਪੈਂਦਾ ਹੈ। ਫਿਰ ਸਤਿਗੁਰਾਂ ਨੇ ਪੌੜੀ ਦੇ ਅੰਦਰ ਵੀ ਇਹ ਬਖਸ਼ਿਸ਼ ਕੀਤੀ ਅੱਗੇ ਕਿ ਇਹਨਾਂ ਜਨਤਾ ਦੇ ਮਾਰੇ ਕਹਿੰਦੇ ਵਸ ਕੁਛ ਵੀ ਨਹੀਂ। ਪਰਮੇਸ਼ਰ ਵਾਹਿਗੁਰੂ ਦੇ ਵਸ ਹੈ ਪਰ ਜੀਵ ਦੇ ਵਸ ਕੁਝ ਨਹੀਂ ਹੈ।
ये महाराज ने अज का ये उपदेश बख्शिश किया है। कि सतगुरु बख्शिश करते हैं। आओ विचारां दी रबता तो पहलों गुर बख्शी फतेह नाल सांझ पाइए। सारे आखो जी वाहिगुरु जी का खालसा वाहिगुरु जी की फतेह। महला पहला। वदी सुवजग नानका सच्चा वेखै सोए। सतगुरु कहते आ भाई वदी जो होना है, जो उन्हें लिखिया है परमेश्वर ने, सो वजग वही वजेगा वही होवेगा। वदी सो वजग नानका सच्चा वेखै सोए। वो सच्चा परमेश्वर वाहिगुरु वेख रहा है तो संसार ते हुंदा उही है जो उन्होंने परमेश्वर नूं भाउंदा है, जो उस वाहिगुरु नूं परमेश्वर नूं भाउंदा है उही इस संसार दे उत्ते हुंदा है, होर कुछ नहीं है। वदी सो वजग नानका सच्चा वेखै सोए। सबनी छाला मारिया करता करे सो होए। मारे कहते भाई जीवा ने ना छाला मारिया। कोई सन्यासी बन बैठा है, कोई विद्वान पंडित बन के बह गया है, ते कोई कर्म कांडां दे विच लगा होया है। ये छाला मारिया हुई मारे कहते जीवा ने। असल च जदों इस सलोक नूं आपां पिछले सलोकां दे नाल ढुकावांगे, पुंज ते अर्थ आपां कर दिंदे आ कि परमेश्वर जो करदा उही हुंदा है, आपां जीव जिहड़े सारे छाला मार रहे हैं। पर जदों आपां इस सलोक नूं पिछलियां सलोकां दे नाल मिलावांगे तो विशा ये निकलदा है साध संगत वदी सो वजग नानका। परमेश्वर वाहिगुरु ने जीव पैदा किया, किसी नूं हिंदू दे घर पैदा करता, किसी नूं मुसलमान दे घर पैदा करता, किसी नूं सिख दे घर पैदा करता ते किसी नूं ईसाई दे घर पैदा किया। ये की है वदी सो वजग नानका। उस परमेश्वर वाहिगुरु ने ये वदी जो विधि बनाई सी वजग उही होया। मनुख का अपना जोर नहीं ना, वो परमेश्वर ने ही उन्होंने जिथे पैदा करना उत्थे होया। कोई ब्राह्मण घर पैदा हो गया, कोई खत्तरी के घर, कोई शूद्र के घर, तो कोई वैश्य के घर। सतगुरु कहते आ भाई ये परमेश्वर ने वदी सुवजग नानका सच्चा वेख्या सोए। उस परमेश्वर ने ये जिहड़ी वधी बनाई सी, जिस तरीके दे नाल उन्हें तैनूं जिस घर दे विच जन्म देना सी उत्थे दे दिता। फिर की होया सबनी छाला मारियां करता करै सो होए। फिर सारियां ने छाला मारनियां शुरू कर दित्तियां। किहड़ियां छाला मारनियां शुरू कर दित्तियां? किसी ने वेद पढ़ने शुरू करते, जे कोई हिंदू सी तो उन्हें गीता कुरान गीता पढ़नी शुरू कर दी, रामायण पढ़नी शुरू कर दी। धार्मिक कर्म है ना, जे आप पिछलियां सलोकां नाल मिलाइए तो जे कोई मुसलमान सी उन्हें कुरान हदीसां पढ़नियां शुरू कर दित्तियां। ईसाई सी तो उन्हें छाल केड़ी मारी, उन्हें बाइबल पढ़नी शुरू कर दी। धार्मिक कर्म बाइबल अनुसार शुरू कर दिते। जे सिख सी तो उन्हें गुरु ग्रंथ साहब जी की बाणी पढ़नी शुरू कर दी, ये छाल मारनी शुरू कर दी। मारे कहते आ भाई वदी सो वजग नानका सच्चा वेख्या सोए। परमेश्वर ने एक विधि बनाई, एक तरीका बनाया, तेनों पैदा किया। जिथे जिथे तेनों रखना सी उत्थे उत्थे तेनों पैदा कर दिता। फिर उस तो बाद मनुखा ने छाला मारनियां शुरू कर दित्तियां। जे कोई हिंदू के घर जन्मिया उहदे नाम के पिछे उहदे पिता का नाम जुड़ गया, जात उहदी जुड़ गई, उस तरह कर्म कमाउण लग पिया। मारे कहते आ सबनी छाला मारियां करता करे सो होए। फिर ये सारियां छाला मारनियां शुरू कर दित्तियां मनुख ने। किते कोई धर्म कर्म कर लग गया, किते कोई धर्म कर्म कर लग गया। पर सतगुरु कहते आ करता करे सो होए। मुक्ति जिहड़ी है वो प्राप्त कितों है? करता परमेश्वर जे करे तो फिर ही इनू मुक्ति है। करता करे सो होए। जिहदे उत्ते बख्शिश करेगा
ਉਹਨੂੰ ਪ੍ਰਾਪਤੀ ਹੋਣੀ ਹੈ। ਛਾਲਾਂ ਸਾਰੇ ਮਾਰ ਰਹੇ ਆ ਤੇ हर कोई कहता है कि असी घट नहीं आ। घट ना कोई आखे, हर कोई कहता असी घट नहीं आ, सारे ही छालां मार रहे आ। पर सतगुर कहते करता करे सो होए। हुंदा वो है जो वाहिगुरू परमेश्वर चाहुंदा है। सतगुरु धन श्री गुरु अर्जन देव महाराज जी का बड़ा सुंदर एक शब्द है, अष्टपदी है सोठ राग दी। सतगुरु दे विच सारियां छालां दा जिक्र करते हैं जिहड़ियां मनुख धार्मिक तौर ते मारदा। किहड़ियां छालां हन? सतगुरु कहते पाठ पढ़िओ अर वेद विचारिओ निवल भुयंगम साधे। पाठ करता है, वेदां नूं विचारदा है ते निवली कर्म करता है जोगियां वाले। पाठ पढ़िओ अर वेद विचारिओ निवल भुयंगम साधे। पंच जना सो संग न छुटकिओ अधिक अहंग बुध बाधे। प्यारे इन बिध मिलन न जाई, मैं किए कर्म अनेका हार परियो स्वामी के द्वारे दीजै बुद्ध विवेका। मैं किए कर्म अनेका की है छाला मारनियाँ, मैं किए कर्म अनेका सबनी छाला मारियां। ये छाला मनुख मार रहा। किहड़े किहड़े कर्म हैं? अगे सतगुरु बख्शिश कर दे। कर्म है मोन भयो करपाती रहियो नगन फिरियो बन माही। तट तीरथ सब धरती भरमियो दुबदा छुटके नाही। ये छाल है। कोई मोनी बन गया, कोई हाथ नूं ही अपना भांडा बना के उत्ते प्रशादा छकन लग पिया। मोन भयो करपाती रहियो नगन फिरियो बन माही। कोई नंगा होके जंगलों नूं तुर पिया। तट तीरथ सब धरती भरमिओ दुबदा छुटके नाही। दुबदा तां भी नहीं खत्म होई। वो जिहड़ा अंदर जो दो चिता मन सी, जो परमेश्वर ने एक वाहिगुरू नूं सिमरन की गल कीती सी, वो नहीं खत्म हुई। दुबदा अंदर उस तरह ही जिवें दो फाड़ हुंदा है दाना। सतगुरु कहंदे आ भाई इस तरह मनुख जिहड़ा वो छाला मार रहा। कोई मोनी बन गया, कोई हाथ नहीं भांडा बना के प्रशादा छकी जाता, कोई नंगा होके जंगलों च तुरिया फिरदा। ये छाला ही मारनियां हैं। मोन भयो करपाती रहियो नगन फिरियो बन बाही। तट तीरथ सब धरती बन भरमिओ दुबदा छिटके नाही। मन कामना तीर्थ जाए बसियो सिर करवत धराए। मन की मैल ना उतरे एह विद जे लख जतन कराए। ये भी एक छाल है। तट तीर्थ, तीर्थां ते जाके बस जाता है। तट तीर्थ सब धरती भरमिओ भरमदा है जाके। फिर सतगुरु महाराज बख्शिश करते आ। महाराज कहते जोग सिद्ध आसन 84 ये भी कर रहा। किसी ने योग धारण कर लिया, ये भी छाल मारी किसी ने। जोग सिद्ध आसन 84 ये भी कर रहा। वड्डी आरजा फिर जन्मे हर स्यो संग ना गया। तां भी परमेश्वर की प्राप्ति ना हुई। फिर सतगुरु कहते आ कि भाई इन्ना कुछ करन तो बाद भी परमेश्वर की प्राप्ति नहीं है। सतगुरु बख्शिश करते आ। महाराज कहते आ हर कीरत साध संगत है सिर कर मन के कर्मा। कहो नानक तिस भयो प्राप्त जिस पुरब लिखे का लैना। उस मनुख नूं परमेश्वर की प्राप्ति हुंदी है जिहड़ा वड्डी छाल मारदा है। किहड़ी छाल? हर कीरत साध संगत है, जिहड़ा साध संगत च जुड़दा है। पर प्राप्ति जिहड़ी है वो परमेश्वर की किरपा दे नाल है। करता करे सो होई। छाला सारे मार रहे हैं। कोई जोगी बन जाता है, कोई सन्यासी बन जाता है, कोई वेदां दा पठन करता है, पाठ पढ़ लग जाता है, कोई किसी तरह के कर्म कांड करता, पूजा अर्चा बंधन डंडाउत ये काम कर लग पैंदा है। सतगुरु कहते ये सारियां छालां मारियां होईयां जीव ने। छालां मारने असीं सारे जिन्ने भी धर्मी लोग हैं ना, ये सारे छालां मार रहे तो अपने आप को घट नहीं कहते। सारे कहते असीं पूरे हैं अपने आप दे विच। ते महाराज कहते घट ना कोई आखे, कोई भी अपने आप को घट नहीं कहता। सबनी छालां मारियां फिर की है करता करे सो होए। प्राप्ति जिवें करते नूं भावेगा उवें प्राप्ति होवेगी। अपनी मर्जी नहीं चलनी। छालां सारे मारे जाण जिन्नियां मर्जी। अगे जात ना जोर है अगे जियो नवे। महाराज कहते फिर तेनू संसार विच परमेश्वर ने भेजिया सी ते जिहड़ी जात दा सी उस जात दे नाल जुड़ गया।
अगे जात ना जोर है अगे जियो नवे। पर एक गल याद रखी, जिस जात नाल जुड़िया ना कि मैं उच्ची कुल चों हाँ, मारे कहते पर जो शरीर छड्ड के गया ना तू, उस परमेश्वर की दरगाह दे विच तेरी जात नहीं पुछी जानी। उत्थे ये नहीं कहा जाना तू किहड़ी जात दा है ते की कीता है। इत्थे जात का एक अर्थ होर करांगे साध संगत, किहड़ी जात दा है ये नहीं मां परमेश्वर ने पुछना उस दरगाह दे विच कि तू सन्यासी सी, तू वेदां दा पठन कीता सी, वेद पढ़े सी, तू बहुत बाइबल पढ़ी सी, कुरान पढ़े सी। ये उस परमात्मा की दरगाह दे विच ये भी जात नहीं पुछी जानी कि तू कीता की सी, किहड़े किहड़े ग्रंथां दा पाठ कीता सी, किन्ना योग साधना किन्नी कीती सी, ये भी जात नहीं पुछी जानी। महाराज कहते आ कि भाई संसार दे विच जीव तू आया है, परमेश्वर के हुक्म दे नाल आया है, इत्थे आण के तू वख-वख धर्म अपनाले, छालां मारनियां शुरू कर दित्तियां परमेश्वर नूं प्राप्ति वास्ते। पर हुंदा वो है जो परमेश्वर नूं पाउंदा है, करता करे सो होए। प्राप्ति उहनूं है जिहड़ा परमेश्वर नूं पा जांदा। अगे जात ना जोर है अगे जियो नवे। महाराज कहते अगले पासे उस परमेश्वर की दरगाह दे विच उस वाहिगुरू दे कोल नवे नवे जीव हैं जिहड़े तेरी जात नहीं पुछदे, जिहड़ी ये नहीं कहते कि वड्डी कुल दा है, उच्ची कुल दा है, तैनूं माण देना है। वो तो सारियां दे गल च संगल पाया जाता, गल संगल घत चलाया जिहड़े नहीं जपदे। सतगुरु कहते हैं भाई छालां ते मार लियां, पर एक गल याद रखें, जो दरगाह च जाएगा उत्थे उच्ची कुल उच्ची वडियाई मार कहते कुछ नहीं चलना। क्यों? क्योंकि अगे जियो नवे। इत्थे ते तेनों सारे जानते होंदे ना, कचहरी च जाने तो कोई ना कोई जान पछाण वाला मिल जाता, कोई वकील ही जान पछाण का मिल जे, उन्होंने कह देता चल पैसे 4 लली तो साडा नवेड़े हल कर कोई, वो झूठ सच बोल के तो नवेड़ दिंदा है। पर महाराज कहते उस परमेश्वर की दरगाह दे विच जियो नवे आ, उत्थे नहीं किसी ने पुछना। उत्थे तेरे कर्म कल्ले कल्ले कर्म का हिसाब होना कि तू किवें जपिया, प्यार ना जपिया कि सब बस सिद्धियां प्राप्त करने वास्ते जंगलों च भटकदा रहा, प्यार नाल जपिया संगत च आके कि जां विकार कमाउण वास्ते तुरिया फिरदा रहा, दिखावे वास्ते तुरिया फिरदा रहा। महाराज कहते उत्थे नवे जीव आ, उन्होंने नहीं पुछना, उन्होंने दे अगे कोई रिश्वत भी नहीं चलनी, क्योंकि रिश्वत तो इत्थे चल सकती, उत्थे नहीं चलनी। अगे जियो नवे, उत्थे नवे जीव हैं जिन्हों ने फड़ के ते तेरा लेखा उत्थे पुछना है तेरे कोलों, भाई तू कीता की है। तो फिर उत्थे जात का हंकार भी नहीं चलना। अगे जात न जोर है अगे जियो नवै, जिनकी लिखै पत पवै चंगे सेई के। मारे कहते उस दरगाह दे विच परमेश्वर दी उन्हां दी पत जिहड़ी आ वो चंगे बनते आ, जिनकी लिखै पत पवै, जिन्हां ने संसार दे विच जपिया, जिन्हां दी पत परमेश्वर ने बचा लई, जिन्हां ने जपिया चंगे सही के, वो मनुख चंगे हो गए इस दरगाह दे विच। सतगुरां ने कहा कि भाई मनुख हुक्म दे विच जीव संसार ते आया है, तो हुक्म दे विच आण के इन्हें की कीता, छालां मारनियां शुरू कर दित्तियां। किसी ने कोई धर्म फड़ लिया, किसी ने कोई धर्म फड़ लिया, तरह तरह के कर्म कांड कर लग पिया। कर्म कांड करन तो बाद जदों इस संसार तो जाएगा, उस दरगाह दे विच ना जात पुछी जानी है कि तू किन्ना जपिया है, किहड़े धर्म नूं मनदा सी, ये भी जात नहीं पुछी जानी। तू वड्डी कुल दा ही उच्ची कुल दा सी, ये भी जात नहीं पुछी जानी। महाराज कहते उस जगह के उत्ते उन्होंने पुछया जाना जिनकी लिखै पत पवै, जिन्हों ने जपिया, जिहड़े प्रवान चढ़ गए चंगे सही के, वो चंगे हो जाते हैं, जिहड़े परमेश्वर की दरगाह च कबूल हो जाते हैं। पौड़ी सतगुरु बख्शिश करते हैं कि जीव की अपनी कोई समर्था नहीं है, क्योंकि जीव की अपनी जे समर्था होवे तो इन्ना कलयुग वापर रहा तो जीव कुछ ना कुछ कर ना लवे, बच ना जाए जे समर्था होवे। जीव की अपनी समर्था नहीं है। महाराज कहते आ तुर कर्म जिन्ना को तुध पाया, ता तिन्नी खसम ध्याया। महाराज कहते जिन्ना दे उत्तों धुर तो बख्शिश का निशान पै गया। तुर कर्म जिन्ना को तुध पाया, परमेश्वर जी धुर तो जिन्ना दे तुसी कर्म चंगे लिख दिते, जिन्ना ते बख्शिश कर दी,
ਤਾਂ ਤਿੰਨੀ ਖਸਮ ਧਿਆਇਆ। ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਤੁਹਾਨੂੰ ਧਿਆਉਣਾ ਕੀਤਾ ਹੈ, ਉਹਨਾਂ ਨੇ ਧਿਆਇਆ। ਹਰ ਕਿਸੇ ਨੇ ਨਹੀਂ ਧਿਆਇਆ, ਜਿਨ੍ਹਾਂ ਦੇ ਤੇ ਤੁਸੀਂ ਬਖਸ਼ਿਸ਼ ਕੀਤੀ ਉਹਨਾਂ ਨੇ ਧਿਆਉਣਾ ਕੀਤਾ ਹੈ। ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੇ ਜਗਤ ਉਪਾਇਆ। ਮਹਾਰਾਜ ਕਹਿੰਦੇ ਨਾ ਜਨਤਾ ਦੇ ਜੀਵਾਂ ਦੇ ਮਹਾਰਾਜ ਕੀ ਵਸ ਹੈ, ਕੋਈ ਵਸ ਵੀ ਨਹੀਂ। ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਕੋਈ ਵੀ ਵਸ ਨਹੀਂ ਚੱਲਦਾ ਜੀਵ ਦਾ। ਜੇ ਜੀਵ ਦੇ ਵਸ ਚੱਲਦਾ ਹੋਵੇ ਤੇ ਕੋਈ ਪਰਮੇਸ਼ਰ ਦੇ ਉੱਤੇ ਆਪਾਂ ਦਾਵਾ ਨਾ ਕਰ ਦੇਵੇ ਕਿ ਪਰਮੇਸ਼ਰ ਮੇਰਾ ਹੀ ਆ ਬਸ। ਮਹਾਰਾਜ ਕਹਿੰਦੇ ਨਾ ਜਨਤਾ ਕੇ ਵਸ ਕਿਛ ਨਹੀਂ, ਕੁਛ ਵੀ ਵਸ ਨਹੀਂ। ਇਹ ਤਾਂ ਤੇਰੀ ਬਖਸ਼ਿਸ਼ ਹੋਵੇ ਤੇ ਇਹ ਧਿਆਉਂਦੇ ਆ। ਤੁਧ ਵੇਖੀ ਜਗਤ ਉਪਾਇਆ, ਤੂੰ ਤਰ੍ਹਾਂ ਤਰ੍ਹਾਂ ਦਾ ਇਹ ਜੀਵ, ਤਰ੍ਹਾਂ ਤਰ੍ਹਾਂ ਦੇ ਜੀਵ ਬਣਾਏ ਆ। ਸਾਰਿਆਂ ਨੂੰ ਵੇਖੀ ਵੱਖ ਵੱਖ ਤਰ੍ਹਾਂ ਦੇ ਤੂੰ ਬਣਾ ਕੇ ਭੇਜਿਆ ਹੈ। ਕਿਸੇ ਨੂੰ ਕਿਸੇ ਧਰਮ 'ਚ ਭੇਜਿਆ, ਕਿਸੇ ਨੂੰ ਕਿਸੇ ਧਰਮ 'ਚ ਭੇਜਿਆ। ਸਭ ਵੇਖੀ ਜਗਤ ਉਪਾਇਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਇਹਨਾਂ ਦੇ ਵਸ ਕਿਛ ਨਹੀਂ ਹੈ। ਪਰ ਤੂੰ ਇਹ ਸਾਰਾ ਜਗਤ ਉਪਾਇਆ ਪਰਮੇਸ਼ਰ ਆਪ ਹੀ ਹੈ। ਆਪ ਹੀ ਤੂੰ ਤਰ੍ਹਾਂ ਤਰ੍ਹਾਂ ਦੇ ਜੀਵ ਬਣਾਏ ਆ। ਇੱਕ ਨਾ ਨੂੰ ਤੂੰ ਮੇਲ ਲੈ ਹੈ, ਇੱਕ ਆਪੋ ਦੁੱਧ ਖਵਾਇਆ। ਮਾਰੇ ਕਹਿੰਦੇ ਇੱਕ ਨਾ ਨੂੰ, ਇੱਕ ਐਸੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਤੂੰ ਬਖਸ਼ਿਸ਼ ਕਰਦਾ, ਉਹਨਾਂ ਨੂੰ ਮਿਲ ਲੈਂਦਾ ਹੈ ਆਪਣੇ ਨਾਲ। ਇੱਕ ਆਪੋ ਦੁੱਧ ਖਵਾਇਆ, ਇੱਕ ਨਾ ਨੂੰ ਤੂੰ ਖਵਾ ਦਿੰਦਾ ਹੈ, ਪਾਪ ਖੁੰਝਾ ਦਿੰਦਾ ਹੈ ਰਸਤੇ ਤੋਂ, ਪਰਮੇਸ਼ਰ ਦੇ ਰਸਤੇ ਤੋਂ। ਇੱਕ ਨਾ ਤੂੰ ਬਖਸ਼ਿਸ਼ ਕਰਦਾ, ਉਹਨਾਂ ਨੂੰ ਸਤ ਸੰਗਤ ਬਖਸ਼ਿਸ਼ ਕਰ ਦੇਣਾ, ਨਾਮ ਬਖਸ਼ਿਸ਼ ਕਰ ਦੇਣਾ, ਬੰਦਗੀ ਬਖਸ਼ਿਸ਼ ਕਰ ਦੇਣਾ, ਉਹ ਸਿਮਰਨ ਲੱਗ ਜਾਂਦੇ ਆ। ਇੱਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਜਾਗ ਹੀ ਨਹੀਂ ਬਖਸ਼ਦਾ, ਉਹ ਕਿੱਥੋਂ ਜਪ ਲੈਣਗੇ। ਇੱਕ ਨਾ ਨੂੰ ਤੂੰ ਮਿਲ ਲੈ, ਇੱਕ ਨਾ ਤੂੰ ਮਿਲ ਲੈਣਾ, ਇੱਕ ਆਪੋ ਦੁੱਧ ਖੁਜਾਇਆ, ਖਵਾ ਦਿੰਦਾ। ਖੁੰਝ ਜਾਂਦੇ ਹਨ ਰਸਤੇ ਤੋਂ, ਭੱਜੇ ਫਿਰਦੇ ਆ ਜੰਗਲਾਂ ਦੇ ਵਿੱਚ, ਭੱਜੇ ਫਿਰਦੇ ਆ ਸੰਨਿਆਸ ਧਾਰਨ ਕਰਕੇ, ਘਰ ਬਾਹਰ ਛੱਡ ਕੇ ਖੁੰਝੇ ਪਏ ਆ ਨਾ ਰਸਤੇ ਤੋਂ। ਮਹਾਰਾਜ ਕਹਿੰਦੇ ਇੱਕ ਨਾ ਨੂੰ ਜਿਨ੍ਹਾਂ ਦੇ ਤੇ ਬਖਸ਼ਿਸ਼ ਹੈ ਉਹਨਾਂ ਨੂੰ ਤੂੰ ਮਿਲ ਲੈਣਾ, ਇੱਕ ਆਪੋ ਦੁੱਧ ਖਵਾਇਆ। ਤੇ ਕੁਝ ਜਿਹੜੇ ਹਨ ਉਹਨਾਂ ਨੂੰ ਤੂੰ ਪਰਮੇਸ਼ਰ ਵਾਹਿਗੁਰੂ ਜੀ ਖੁੰਝਾ ਦੇਣਾ ਰਸਤੇ ਤੋਂ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਮਹਾਰਾਜ ਕਹਿੰਦੇ ਆ ਕਿ ਗੁਰੂ ਦੀ ਕਿਰਪਾ ਦੇ ਨਾਲ, ਗੁਰ ਕਿਰਪਾ ਤੇ ਜਾਣਿਆ, ਗੁਰੂ ਦੀ ਕਿਰਪਾ ਨਾਲ ਉਹਨਾਂ ਜੀਵਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਲਿਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਜਿਨ੍ਹਾਂ ਦੇ ਅੰਦਰ ਤੂੰ ਥੋੜ੍ਹੀ ਜਿਹੀ ਚਿਨਗ ਲਾਈ ਨਾ ਨਾਮ ਦੀ, ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਕਰ ਲਈ। ਗੁਰ ਕਿਰਪਾ ਤੇ ਜਾਣਿਆ। ਮਹਾਰਾਜ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਤੈਨੂੰ ਜਾਣ ਲਿਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਜਿਨ੍ਹਾਂ ਦੇ ਅੰਦਰ ਤੂੰ ਆਪ ਥੋੜ੍ਹੀ ਜਿਹੀ ਇਹ ਗੱਲ ਪੈਦਾ ਕੀਤੀ, ਭਾਈ ਗੁਰੂ ਤੋਂ ਬਿਨਾਂ ਬੰਦ ਖਲਾਸੀ ਨਹੀਂ ਹੈ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਜਿਨ੍ਹਾਂ ਦੇ ਉੱਤੇ ਤੂੰ ਬਖਸ਼ਿਸ਼ ਕੀਤੀ, ਜਿਨ੍ਹਾਂ ਨੂੰ ਗੁਰੂ ਦੇ ਰਸਤੇ 'ਤੇ ਤੋਰਿਆ, ਜਿਨ੍ਹਾਂ ਨੂੰ ਸਤ ਸੰਗਤ ਦੇ ਵਿੱਚ ਤੋਰਿਆ, ਜਿਨ੍ਹਾਂ ਨੂੰ ਨਾਮ ਬੰਦਗੀ ਆਪ ਜੀ ਨੇ ਮਹਾਰਾਜ ਬਖਸ਼ਿਸ਼ ਕੀਤੀ, ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਬੁੱਝ ਲਿਆ। ਗੁਰ ਕਿਰਪਾ ਤੇ ਜਾਣੇ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਫਿਰ ਸਤਿਗੁਰੂ ਕਹਿੰਦੇ ਆ ਸਹਿਜੇ ਹੀ ਸੱਚ ਸਮਾਇਆ। ਭਾਈ ਸਿੱਖੋ, ਉਹ ਸਹਿਜ ਦੇ ਨਾਲ ਸੱਚ 'ਚ ਸਮਾ ਜਾਂਦੇ ਆ। ਜਿਹੜੇ ਗੁਰੂ ਦੇ ਕੋਲ ਆਉਂਦੇ ਆ, ਜਿਹੜੇ ਗੁਰੂ ਦਾ ਪੱਲਾ ਫੜਦੇ ਆ, ਜਿਹੜੇ ਗੁਰੂ ਦੀ ਬਖਸ਼ਿਸ਼ ਲੈਂਦੇ ਆ, ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ। ਸੋ ਸਾਧ ਸੰਗਤ, ਮਹਾਰਾਜ ਨੇ ਇਹਨਾਂ 3 ਸਲੋਕਾਂ ਦੇ ਪੌੜੀ ਦੇ ਸਮੇਤ ਇਹੀ ਸਾਨੂੰ ਉਪਦੇਸ਼ ਦਿੱਤਾ ਕਿ ਭਾਈ ਕਲਯੁਗ ਬੜਾ ਭਿਆਨਕ ਹੈ। ਕਲਯੁਗ ਜਿਹੜਾ ਹੈ ਇਹ ਵਰਤਿਆ ਪਿਆ ਹੈ ਚਾਰੇ ਪਾਸੇ, ਤੇ ਬਚਦਾ ਉਹ ਹੈ ਜਿਹੜਾ ਭਗਤੀ ਕਰਦਾ ਹੈ। ਤੇ ਵੱਖ-ਵੱਖ ਰਸਤੇ ਇਸ ਕਲਯੁਗ 'ਚ ਜੀਵਾਂ ਨੇ ਫੜੇ ਹੋਏ ਆ, ਤੇ ਉਹਨਾਂ ਰਸਤਿਆਂ ਦੇ ਵਿੱਚ ਉਹ ਛਾਲਾਂ ਮਾਰਦੇ ਪਏ, ਭੱਜੇ ਫਿਰਦੇ ਆ। ਪਰ ਮਹਾਰਾਜ ਕਹਿੰਦੇ ਇਹਨਾਂ ਦੇ ਵੱਸ ਵੀ ਕੁਛ ਨਹੀਂ ਚੱਲਦਾ। ਜੇ ਇਹਨਾਂ ਦਾ ਵੱਸ ਹੁੰਦਾ ਤੇ ਪਰਮੇਸ਼ਰ ਨੂੰ ਪਾ ਲੈਂਦੇ। ਪਰ ਸਤਿਗੁਰੂ ਇਹ ਰਸਤਾ ਕਿਵੇਂ ਖਤਮ ਹੋਏ, ਕਲਯੁਗ ਦਾ ਪ੍ਰਭਾਵ ਕਿਵੇਂ ਖਤਮ ਹੋਏ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ ਪ੍ਰਾਪਤ ਹੋ ਜਾਂਦਾ ਹੈ, ਤੇ ਜਿਨ੍ਹਾਂ ਨੇ ਗੁਰੂ ਦੁਆਰਾ ਸਿਮਰਿਆ ਹੈ, ਬੰਦਗੀ ਕੀਤੀ ਹੈ, ਤੇ ਮਹਾਰਾਜ ਕਹਿੰਦੇ ਫਿਰ ਉਹ ਸਹਿਜੇ ਹੀ ਸੱਚ ਸਮਾਇਆ। ਉਹ ਫਿਰ ਸਹਿਜ ਦੇ ਨਾਲ ਉਸ ਪਰਮੇਸ਼ਰ 'ਚ ਸਮਾ ਜਾਂਦੇ ਆ। ਫਿਰ ਉਹਨਾਂ ਨੂੰ ਕਲਯੁਗ ਨਹੀਂ ਵਿਆਪਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।